ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣਾ। ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਨ ਕੇ ਨਾਸਕ ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਨਾਮ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ।
ਬਿਗਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਸਾਵਧਾਨ ਹੈ ਸੁਪਟ ਹਜ਼ਾरों। ਅਟਕਾਵੈ ਕੇਤਕ ਤਬ ਮਾਰੋਂ। ਨਹੀਂ ਜਾਣਦਾ ਹੈ ਇਸ ਰੀਤ ਪਕਰੇ ਪਰੇ ਕਰੇ ਵਿਪਰੀਤ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਵਧਾਨ ਹੈ ਸਪਟ ਹਜ਼ਾरों। ਅਟਕਾਵੈ ਕੇਤਕ ਤਬ ਮਾਰੋਂ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਭਾਈ ਬਿਧੀ ਚੰਦ ਸਤਿਗੁਰੂ ਜੀ ਦੀ ਆਗਿਆ ਲੈ ਕੇ ਕਿਲੇ ਦੇ ਵਿੱਚੋਂ ਦੂਸਰਾ ਘੋੜਾ ਕੱਢਣ ਦੇ ਲਈ ਲਾਹੌਰ ਪਹੁੰਚਿਆ ਹੈ ਔਰ ਲਾਹੌਰ ਜਾ ਕੇ ਲਾਹੌਰ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਤਿਗੁਰੂ ਜੀ ਘੋੜਾ ਵੀ ਆਪ ਜੀ ਦਾ ਹੈ, ਕਾਰਜ ਵੀ ਆਪ ਜੀ ਦਾ ਹੈ, ਕਰਨਾ ਵੀ ਆਪ ਨੇ ਹੈ। ਬਸ ਕਿਰਪਾ ਕਰਿਓ ਦਾਸ ਦੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਸਾਰਾ ਕਾਰਜ ਆਪੇ ਕਰਵਾ ਲਿਓ। ਸਭ ਤੋਂ ਪਹਿਲੋਂ ਭਾਈ ਬਿਧੀ ਚੰਦ ਜੀ ਧਰਮਸ਼ਾਲਾ ਦੇ ਵਿੱਚ ਗਏ ਨੇ, ਜਿੱਥੇ ਸਾਰੇ ਸਿੱਖਾਂ ਨੇ ਪਹਿਚਾਣ ਕੇ ਭਾਈ ਬਿਧੀ ਚੰਦ ਨੂੰ ਜੀ ਆਇਆਂ ਕਹਿ ਕੇ ਬੜਾ ਸਨਮਾਨ ਕੀਤਾ ਹੈ। ਔਰ ਸ਼ਾਮ ਦੇ ਸਮੇਂ ਜਦੋਂ ਲੰਗਰ ਪਾਣੀ ਛਕਿਆ ਕਿ ਢੰਡੋਰ ਜੀ ਢੰਡੋਰਾ ਪਿੱਟਦਾ ਹੋਇਆ ਆਇਆ, ਕੋਈ ਨਜੂਮੀਆ ਹੋਵੇ, ਜੋਤਸੀ ਹੋਵੇ, ਬਾਦਸ਼ਾਹ ਨੂੰ ਲੋੜ ਹੈ, ਗਵਾਚੀ ਹੋਈ ਕੀ ਚੀਜ਼ ਬਾਰੇ ਕੋਈ ਸੁੱਧ ਦਿੰਦਾ ਹੋਏ। ਔਰ ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਭਾਈ ਇਹ ਰੌਲਾ ਕੀ ਪਾ ਰਿਹਾ, ਕੀ ਬੋਲਦਾ ਹੈ? ਔਰ ਇੱਥੇ ਸਾਰਾ ਕੁਝ ਦੱਸਿਆ ਗਿਆ ਕਿ ਬਾਦਸ਼ਾਹ ਦਾ ਘੋੜਾ ਜਿਹੜਾ ਗਵਾਚ ਗਿਆ ਹੈ, ਹੁਣ ਉਹਦੀ ਖੋਜ ਕਰਦੇ ਪੈਣ। ਅੱਜ 7 ਦਿਨ ਹੋ ਗਏ ਨੇ, ਬੜੇ ਖੋਜੀ ਆਏ, ਬੜੇ ਨਜੂਮੀ ਆਏ, ਪਰ ਕਿਸੇ ਨੂੰ ਕੁਝ ਨਹੀਂ ਪਤਾ ਚੱਲਿਆ। ਹੁਣ ਭਾਈ ਬਿਧੀ ਚੰਦ ਮਨ ਦੇ ਵਿੱਚ ਵਿਚਾਰਾ ਕਰਦੇ ਸਨ ਕਿ ਘੋੜੇ ਨੂੰ ਲਿਆਉਣਾ ਹੈ, ਰਾਤ ਦੇ ਸਮੇਂ ਬਿਲਕੁਲ ਨਹੀਂ ਲਿਆ ਸਕਦਾ, ਕਿਉਂਕਿ ਰਾਤ ਨੂੰ ਉਹਨਾਂ ਨੇ ਚੌਕਸੀ ਕਈ ਗੁਣਾ ਵੱਧ ਕਰਤੀ ਹੋਣੀ ਹੈ। ਦਿਨ ਦੇ ਸਮੇਂ ਪਹਿਰਾ ਹੈ, ਜੇ ਕਿਸੇ ਨੇ ਲਿਆਉਣ ਤੋਂ ਰੁਕਿਆ, ਇੱਕ ਵਾਰੀ ਕਿਲੇ ਵਿੱਚ ਚਲਾ ਗਿਆ ਤੇ ਰੁਕਿਆ, ਮੈਂ ਰੁਕਣਾ ਤਾਂ ਹੈ ਨਹੀਂ, ਮੇਰੇ ਸਾਹਮਣੇ ਆਉਣਗੇ, ਕਈਆਂ ਨੂੰ ਮੈਂ ਮਾਰਾਂਗਾ, ਪਰ ਮਾਰਦਿਆਂ ਮਾਰਦਿਆਂ ਹੋ ਸਕਦਾ ਮੇਰੀ ਜਾਨ ਵੀ ਚਲੀ ਜਾਏ। ਜਾਨ ਜਾਣ ਦੀ ਪਰਵਾਹ ਨਹੀਂ, ਪਰ ਫਿਰ ਘੋੜਾ ਕਿਵੇਂ ਜਾਏਗਾ? ਹੁਣ ਭਾਈ ਬਿਧੀ ਚੰਦ ਜੀ ਇਹ ਵਿਚਾਰਾ ਕਰਦੇ ਨੇ ਮਨ ਵਿੱਚ, ਸੋ ਬਲ ਮਤ ਉਪਾਏ ਹੋਏ ਰੂਰਾ, ਜਿਸ ਤੇ ਕਾਜ ਲਹਿ ਕਰ ਪੂਰਾ।
ਭਾਈ ਬਿਧੀ ਚੰਦ ਇਹ ਵਿਚਾਰ ਕਰਦੇ ਨੇ, ਇੱਥੇ ਤਾਕਤ ਨਾਲ ਨਹੀਂ, ਇਹ ਘੋੜਾ ਅਕਲ ਨਾਲ ਲੈ ਕੇ ਜਾਣਾ ਹੈ। ਗੁਰੂ ਆਪੇ ਕਿਰਪਾ ਕਰਨਗੇ, ਕੋਈ ਸੋਹਣਾ ਉਪਾਅ ਬਣ ਜਾਏਗਾ। ਹੁਣ ਇਹ ਜਿਹੜੀ ਆਵਾਜ਼ ਦੇ ਗਿਆ ਹੈ, ਇਹ ਤੋਂ ਭਾਈ ਬਿਧੀ ਚੰਦ ਜੀ ਉਪਾਅ ਸੋਚਦੇ ਨੇ ਕਿ ਹੁਣ ਕਿਵੇਂ ਕਿਲੇ ਦੇ ਵਿੱਚ ਜਾਈਏ। ਬਿਗੜ ਜਾਏ ਕਾਰਜ ਮੈਂ ਮरूं, ਗੁਰ ਅਪਵਾਦ ਜਗਤ ਮੈਂ ਕਰੂੰ। ਕਿਉਂਕਿ ਜੇ ਲੜਿਆ ਸਾਹਮਣੇ ਜਾ ਕੇ ਜ਼ੋਰ ਦੇ ਨਾਲ ਲਿਆਂਦਾ ਤਾਂ ਹੋ ਸਕਦਾ ਮੈਂ ਮਾਰਿਆ ਜਾਵਾਂ, ਅਤੇ ਜੇ ਮੈਂ ਮਾਰਿਆ ਜਾਵਾਂ ਇਹਦੇ 'ਚ ਬਦਨਾਮੀ ਗੁਰੂ ਦੀ ਹੋਏਗੀ ਕਿ ਗੁਰੂ ਦੀ ਚੀਜ਼ ਗੁਰੂ ਕਾ ਸਿੱਖ ਲਿਜਾ ਹੀ ਨਹੀਂ ਸਕਿਆ। ਭਾਈ ਬਿਧੀ ਚੰਦ ਕਹਿੰਦੇ ਨੇ, ਜਾਂ ਤੇ ਨੀਕੇ ਬਣੇ ਵਿਚਾਰਨ, ਕਰੂੰ ਤੁਰੰਗ ਸੁਖੈਨ ਨਿਕਾਰਨ। ਇਸ ਕਰਕੇ ਬੜੇ ਸੋਹਣੇ ਢੰਗ ਦੇ ਨਾਲ, ਆਰਾਮ ਦੇ ਨਾਲ ਮੈਨੂੰ ਕੋਈ ਉਪਾਅ ਸੋਚਣਾ ਚਾਹੀਦਾ ਹੈ ਕਿ ਸੌਖੇ ਢੰਗ ਨਾਲ ਘੋੜਾ ਸਾਰਿਆਂ ਦੇ ਸਾਹਮਣੇ ਲੈ ਕੇ ਜਾ ਸਕਾਂ। ਪਲਟੋਂ ਬੇਸ ਪਛਾਨੈ ਨਾਹੀਂ, ਬੁੱਧ ਬਲ ਕਰ ਮਿਲ ਤੁਰਕਣ ਮਾਹੀ। ਭਾਈ ਬਿਧੀ ਚੰਦ ਨੇ ਜਿਹੜੀ ਆਵਾਜ਼ ਸੁਣੀ ਕਿ ਜੋਤਸ਼ੀ ਚਾਹੀਦਾ ਹੈ। ਇਹ ਤੋਂ ਭਾਈ ਬਿਧੀ ਚੰਦ ਨੂੰ ਤਰੀਕਾ ਲੱਭ ਗਿਆ ਸੌਖਾ ਕਿ ਮੈਨੂੰ ਆਪਣਾ ਪਹਿਰਾਵਾ ਬਦਲ ਲੈਣਾ ਚਾਹੀਦਾ ਹੈ। ਤਾਕਤ ਨਾਲ ਨਹੀਂ, ਦਿਮਾਗ ਦੇ ਨਾਲ ਇਹਨਾਂ ਤੁਰਕਾਂ ਦੇ ਵਿੱਚ ਜਾ ਕੇ ਫਿਰ ਮਿਲਣਾ ਚਾਹੀਦਾ ਹੈ। ਅਬ ਖੋਜੇ ਕੇ ਚਾਹੇ ਕਨੇਰੋ, ਰੋਜ਼ ਪੁਕਾਰਤ ਕਰਤੇ ਫੇਰੋ। ਕਿਉਂਕਿ ਬਾਦਸ਼ਾਹ ਨੂੰ ਇਸ ਵੇਲੇ ਖੋਜੀ ਦੀ ਬੜੀ ਚਾਹਤ ਹੈ, ਰੋਜ਼ ਇਹ ਰੌਲਾ ਪਾਉਂਦੇ ਫਿਰਦੇ ਨੇ, ਖੋਜੀ ਚਾਹੀਦਾ, ਜੋਤਸ਼ੀ ਚਾਹੀਦਾ ਹੈ। ਸੋ ਸਰੂਪ ਤਰ ਪਹੁੰਚੋ ਜਾਏ, ਪਿੱਖੋਂ ਸ਼ਾਹ ਹੈ ਕੋ ਨਿਕਸਾਈ। ਕਹਿੰਦੇ ਹੁਣ ਉਹੀ ਖੋਜੀਆਂ ਵਾਲਾ, ਨਜੂਮੀਆਂ ਵਾਲਾ ਪਹਿਰਾਵਾ ਪਾ ਲਵਾਂ ਅਤੇ ਜਾ ਕੇ ਮੈਂ ਕਿਲੇ ਦੇ ਵਿੱਚ ਬਾਦਸ਼ਾਹ ਨੂੰ ਮਿਲਾਂ, ਅਤੇ ਬਾਦਸ਼ਾਹ ਦੇ ਵੇਖਦਿਆਂ ਬਾਦਸ਼ਾਹ ਦੇ ਸਾਹਮਣੇ ਘੋੜੇ ਨੂੰ ਕੱਢ ਕੇ ਲਿਆਵਾਂਗਾ। ਹਿਮ ਨਿਸ਼ਚੈ ਕਰ ਸੁਭਤਿਓ ਰਾਤੇ, ਸਤਿਗੁਰ ਸਿਮਰਤ ਜਾਗਿਓ ਪ੍ਰਾਤੇ। ਇਸ ਤਰ੍ਹਾਂ ਮਨ ਵਿੱਚ ਵਿਚਾਰਾ ਕਰਦੇ ਹੋਇਆ ਭਾਈ ਬਿਧੀ ਚੰਦ ਨੇ ਧਰਮਸ਼ਾਲਾ ਦੇ ਵਿੱਚ ਉਹ ਰਾਤ ਸੌਂ ਕੇ ਬਤੀਤ ਕੀਤੀ। ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਜਾਗੇ ਨੇ। ਸਲਤਾ ਕੂਲ ਦੂਰ ਹੀ ਜਾਏ, ਸੋਚ ਇਸ਼ਨਾਨ ਕੀਨ ਮਨ ਭਾਏ। ਉੱਥੋਂ ਦਰਿਆ ਭਾਵੇਂ ਦੂਰ ਸੀ, ਪਰ ਭਾਈ ਬਿਧੀ ਚੰਦ ਸਵੇਰੇ ਸੋਚ ਇਸ਼ਨਾਨ ਕਰਨ ਦਰਿਆ 'ਤੇ ਗਏ, ਉੱਥੇ ਜਾ ਕੇ ਇਸ਼ਨਾਨ ਕੀਤਾ। ਟਰੇ ਦੁਪਹਿਰੇ ਪੁਰ ਕੋ ਮੁਰਿਓ, ਦਾਵ ਆਪ ਕੋ ਨਿਸ਼ਚੈ ਕਰਿਓ। ਨਗਰ ਤੋਂ ਬਾਰ-ਬਾਰ ਨਦੀ ਦੇ ਕਿਨਾਰੇ ਜਾ ਕੇ ਇਸ਼ਨਾਨ ਕਰਕੇ ਵਾਪਸ ਨਹੀਂ ਆਏ। ਭਾਈ ਬਿਧੀ ਚੰਦ ਉੱਥੇ ਬੈਠ ਕੇ ਆਪਣੇ ਨੇਮ ਨੂੰ ਨਿਭਾਉਂਦੇ ਨੇ, ਨਿਤਨੇਮ ਕਰਦੇ ਨੇ, ਜਪਜੀ ਸਾਹਿਬ ਦਾ ਪਾਠ ਕਰੀ ਜਾਂਦੇ ਨੇ। ਨਾਲ ਵਿਚਾਰਾ ਸੋਚੇ ਜਾਂਦੇ ਨੇ ਕਿਹੜਾ ਪਹਿਰਾਵਾ ਪਾਵਾਂ ਅਤੇ ਕਿਵੇਂ ਪਹੁੰਚਾਂ। ਜਦੋਂ ਦੁਪਹਿਰਾ ਢਲ ਗਿਆ, ਸ਼ਾਮ ਦਾ ਸਮਾਂ ਹੋਣ ਲੱਗਿਆ, ਭਾਈ ਬਿਧੀ ਚੰਦ ਫਿਰ ਵਾਪਸ ਆਏ ਨੇ। ਖੱਤਰੇ ਸਿੱਖ ਬਹੌੜਾ ਨਾਮੂ, ਕਰੇ ਬਜਾਜੇ ਕੋ ਬਹੁ ਕਾਮੂ। ਲਾਹੌਰ ਦੇ ਵਿੱਚ ਇੱਕ ਗੁਰੂ ਕਾ ਸਿੱਖ ਹੈ ਜਿਹਦਾ ਨਾਮ ਭਾਈ ਬਹੌੜਾ ਹੈ। ਇਹ ਖੱਤਰੀ ਹੈ ਅਤੇ ਬਜਾਜੀ ਦਾ ਕੰਮ ਕਰਦਾ, ਕੱਪੜਿਆਂ ਦਾ ਕੰਮ ਕਰਦਾ ਹੈ। ਤਿਸ ਕੇ ਸਦਨ ਪ੍ਰਵੇਸ਼ਿਓ ਜਾਏ, ਦੇਖਤ ਉਠਿਓ ਭਾਉ ਅਧਿਕਾਏ। ਭਾਈ ਬਿਧੀ ਚੰਦ ਜੀ ਜਦੋਂ ਸ਼ਾਮ ਦਾ ਸਮਾਂ ਹੋਇਆ, ਭਾਈ ਬਹੌੜੇ ਦੇ ਘਰ ਚਲੇ ਗਏ, ਔਰ ਭਾਈ ਬਹੌੜੇ ਨੇ ਵੇਖਦੇ ਨਾਲ ਬੜੇ ਪ੍ਰਸੰਨ ਹੋਏ ਕਿ ਗੁਰੂ ਕਾ ਸਿੱਖ ਆਇਆ, ਭਾਈ ਬਿਧੀ ਚੰਦ ਆਇਆ। ਇੱਕਦਮ ਉੱਠ ਕੇ ਸਨਮਾਨ ਕੀਤਾ। ਕਰੇ ਪਰਸ ਪਰ ਬੰਧਨ ਦਉ, ਹਿਰਦੈ ਆਨੰਦਤ ਖੱਤਰੀ ਸਉ। ਆਪਸ ਵਿੱਚ ਦੋਵਾਂ ਨੇ ਇੱਕ ਦੂਸਰੇ ਨੂੰ ਨਮਸਕਾਰ ਕੀਤੀ। ਭਾਈ ਬਿਧੀ ਚੰਦ ਨੇ ਭਾਈ ਬਹੌੜੇ ਨੂੰ, ਅਤੇ ਭਾਈ ਬਹੌੜੇ ਨੇ ਭਾਈ ਬਿਧੀ ਚੰਦ ਨੂੰ ਨਮਸਕਾਰ ਕੀਤੀ, ਔਰ ਬੜੇ ਖੁਸ਼ ਹੋਏ। ਗੁਰੂ ਮੁਸਾਹਿਬ ਤੂੰ ਮਤ ਭਾਰਾ, ਪਾਵਨ ਕੀਨੋ ਸਦਨ ਹਮਾਰਾ। ਭਾਈ ਬਹੌੜਾ ਬੜਾ ਹੀ ਖੁਸ਼ ਹੋਇਆ ਕਿ ਭਾਈ ਤੂੰ ਗੁਰੂ ਸਾਹਿਬ ਜੀ ਦਾ ਮੁਸਾਹਿਬ ਹੈ, ਗੁਰੂ ਕਾ ਸਿੱਖ ਹੈ, ਅਤੇ ਸਾਡੇ ਘਰ ਨੂੰ ਆ ਕੇ ਪਵਿੱਤਰ ਕੀਤਾ। ਸਾਡੇ ਧੰਨ ਭਾਗ। ਰੁਚਿਰ ਪ੍ਰਿਅੰਕੜ ਸਾਵਣ ਕੀਨਾ, ਤਹਿ ਬਿਠਾਏ ਪਹਿ ਆਦਰ ਦੀਨਾ। ਭਾਈ ਬਹੌੜੇ ਨੇ ਬੜਾ ਸੋਹਣਾ ਪਲੰਘ ਡਾਇਆ, ਉੱਤੇ ਚਾਦਰ ਵਿਛਾਈ, ਬੜੇ ਸਤਿਕਾਰ ਨਾਲ ਉੱਤੇ ਬਿਠਾਇਆ, ਆਦਰ ਮਾਣ ਕੀਤਾ।
ਦੰਪਤ ਮਿਲਕਾਰ ਪਾਏ ਪਖਾਰੇ, ਸੋ ਜਲ ਸੀਸ ਬਦਨ ਮਹਿੰਡਾਰੇ। ਕਹਿੰਦੇ ਦੰਪਤ ਦੋਵਾਂ ਪਤੀ ਪਤਨੀ ਨੇ ਭਾਈ ਬਿਧੀ ਚੰਦ ਦੀ ਸੇਵਾ ਕੀਤੀ। ਗਰਮ ਜਲ ਦਿੱਤਾ, ਚਰਨ ਧੁਆਏ, ਹੱਥ ਧੁਆਏ। ਸਗਲ ਸਦਨ ਕੋ ਸਿੰਚਨ ਕਰ ਕੈ, ਆਪਣੋ ਦੀਰਘ ਭਾਗ ਵਿਚਰ ਕੈ। ਤੇ ਭਾਈ ਬਿਧੀ ਚੰਦ ਦੇ ਜਿਹੜੇ ਜਲ ਨਾਲ ਚਰਨ ਧੋਤੇ, ਉਹ ਜਲ ਫਿਰ ਸਾਰੇ ਵਿਹੜੇ ਦੇ ਵਿੱਚ ਛਿੜਕਾ ਕਰ ਦਿੱਤਾ। ਆਪਣੇ ਵੱਡੇ ਭਾਗ ਸਮਝੇ ਕਿ ਗੁਰੂ ਕੇ ਸਿੱਖ ਦੇ ਚਰਨ ਸਾਡੇ ਘਰ ਵਿੱਚ ਪਏ ਨੇ। ਖਟ ਰਸ ਕੇ ਭੋਜਨ ਕਰਵਾਏ, ਸਨਮਾਨਤ ਧਾਰ ਭਉ ਅਜਾਏ। ਤੇ ਖਟ ਰਸ 6 ਰਸਾਂ ਵਾਲੇ। ਔਰ ਵੈਸੇ ਜਿਹੜੇ ਭੋਜਨ ਦੇ ਵਿੱਚ ਪਿਆਰ ਹੋਵੇ ਨਾ, ਤੇ ਪਿਆਰ ਨਾਲੋਂ ਵੱਧ ਰਸ ਹੋਰ ਕਿਸੇ 'ਚ ਵੀ ਨਹੀਂ ਹੁੰਦਾ। ਜਿਹੜਾ ਸਵਾਦ ਪਿਆਰ ਦਾ ਹੈ ਉਹ 36 ਪ੍ਰਕਾਰ ਦੇ ਪਦਾਰਥਾਂ ਥੋੜ੍ਹੀ ਹੁੰਦਾ ਹੈ। ਸੋਹਣਾ ਪ੍ਰਸ਼ਾਦਾ ਛਕਾਇਆ ਔਰ ਪਿਆਰ ਦੇ ਨਾਲ ਤਿਆਰ ਕਰਕੇ ਛਕਾਇਆ। ਤ੍ਰਿਪਤ ਹੋਏ ਕਰ ਪਾਣ ਪਖਾਰੇ, ਬਹੁਰ ਬਹੁੜਾ ਬਿਨੇ ਉਚਾਰੇ। ਸ਼ਾਮ ਦਾ ਸਮਾਂ ਸੀ, ਉਧਰ ਲੰਗਰ ਤਿਆਰ ਹੁੰਦਾ, ਉਧਰ ਭਾਈ ਬਿਧੀ ਚੰਦ ਭਾਈ ਬਹੁੜਾ ਜੀ ਸੋਦਰ ਦਾ ਪਾਠ ਕਰਦੇ ਨੇ। ਹੱਥ ਧੁਆਏ, ਫਿਰ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛਕ ਕੇ ਹੱਥ ਧੋਤੇ। ਬਹੁਰ ਬਹੁੜਾ ਬਿਨੇ ਉਚਾਰੇ, ਫਿਰ ਭਾਈ ਬਹੁੜੇ ਨੇ ਹੱਥ ਜੋੜ ਕੇ ਬੇਨਤੀ ਕੀਤੀ। ਮਮ ਲਾਇਕ ਜੋ ਸੇਵਾ ਹੋਏ, ਫੁਰਮਾਇਓ ਸਭ ਕਰਹੁ ਸੋਏ। ਕਿ ਭਾਈ ਬਿਧੀ ਚੰਦ ਦੀ ਕਿਰਪਾ ਕਰੋ, ਮੇਰੇ ਲਾਇਕ ਕੋਈ ਸੇਵਾ ਹੋਏ ਤੇ ਜ਼ਰੂਰ ਹੁਕਮ ਕਰਿਓ, ਦੱਸਿਓ। ਗੁਰ ਸਮ ਤੁਮਰੇ ਟਹਿਲ ਪਛਾਨੋ, ਅਧਿਕ ਸ਼੍ਰੇ ਮੈਂ ਆਪਣੀ ਜਾਨੋ। ਕਿ ਤੁਸੀਂ ਗੁਰੂ ਦੇ ਸਿੱਖ ਹੋ ਤੇ ਮੈਂ ਗੁਰੂ ਦੇ ਵਿੱਚ ਤੇ ਤੁਹਾਡੇ ਵਿੱਚ ਫਰਕ ਨਹੀਂ ਜਾਣਦਾ। ਗੁਰੂ ਸਾਹਿਬ ਦੇ ਵਾਂਗੇ ਤੁਹਾਡੀ ਸੇਵਾ ਕਰਾਂਗਾ। ਮੇਰੇ ਵਾਸਤੇ ਕੋਈ ਸੇਵਾ ਹੋਏ, ਮੈਨੂੰ ਲਾਇਕ ਜਾਣੋ ਤੇ ਮੈਂ ਆਪਣੇ ਧੰਤਾਂ ਦੇ ਭਾਗ ਸਮਝਾਂਗਾ। ਮੇਰੇ ਭਾਗ ਵੱਡੇ ਨੇ, ਧੰਤਾ ਯੋਗ ਸਮਝਾਂਗਾ। ਕਹਿਤ ਨਾ ਸੁਖ ਚੋ ਚਹੀਐ ਲੇਹੀ, ਤੂੰ ਪੂਰਨ ਸਿੱਖ ਗੁਰੂ ਸਨੇਹੀ। ਤੂੰ ਪੂਰਨ ਸਿੱਖ ਹੈ, ਗੁਰੂ ਕਾ ਸਨੇਹੀ ਹੈ। ਤੇ ਭਾਈ ਜੇ ਕਿਸੇ ਤਰ੍ਹਾਂ ਦੀ ਜੇ ਮੇਰੇ ਕੰਮ ਆਇਆ ਹੈ, ਕੋਈ ਸੇਵਾ ਦੀ ਲੋੜ ਹੈ ਤੇ ਦੱਸੋ, ਮੈਂ ਕਿਹੜੀ ਸੇਵਾ ਕਰਾਂ। ਬਿਧੀ ਚੰਦ ਪਿਕ ਭਾਉ ਪਖਾਨੀ, ਸਭ ਪੁੱਛ ਸਿੱਖ ਹਿੰਦੁਸਤਾਨੀ। ਔਰ ਭਾਈ ਬਿਧੀ ਚੰਦ ਨੇ ਭਾਈ ਬਹੁੜੇ ਦਾ ਪਿਆਰ ਦੇਖਿਆ। ਕਹਿੰਦੇ ਭਾਈ ਕੱਪੜੇ ਦਾ ਕੰਮ ਕਰਨਾ ਤੇ ਜੇ ਸੇਵਾ ਕਰਨੀ ਤੇ ਮੈਨੂੰ ਕੋਈ ਹਿੰਦੁਸਤਾਨੀ ਪੁਸ਼ਾਕ ਚਾਹੀਦੀ ਹੈ। ਹਿੰਦੁਸਤਾਨੀ ਪਹਿਰਾਵਾ ਕਿ ਜਿਹੜਾ ਅੱਜ ਕੱਲ੍ਹ ਪਾਇਆ ਜਾਂਦਾ, ਇਹ ਨਹੀਂ। ਹਿੰਦੁਸਤਾਨੀ ਪਹਿਰਾਵਾ ਬੜਾ ਸਾਦਾ ਜਿਹਾ, ਪਰ ਉਹ ਕਿਹੜਾ ਪਹਿਰਾਵਾ ਹੋਵੇ। ਸੋ ਬਣਵਾਏ ਦੇਹੋ ਅਬ ਮੋਹੀ, ਇਹੀ ਸੇਵ ਸ਼ੁਭ ਲਾਇਕ ਤੋਹੀ। ਬਸ ਉਹ ਇੱਕ ਹਿੰਦੁਸਤਾਨੀ ਜਿਹੜਾ ਬਾਣਾ ਹੈ ਨਾ, ਪੁਸ਼ਾਕਾ ਹੈ, ਕਿ ਭਾਈ ਬਹੁੜੇ ਮੈਨੂੰ ਉਹ ਸਵਾ ਕੇ ਦੇ ਦੇ। ਬਸ ਇਸ ਟਾਈਮ ਤੇਰੀ ਇਹੀ ਸੇਵਾ ਔਰ ਬੜੀ ਵੱਡੀ ਸੇਵਾ ਹੈ। ਸੁਣਤ ਬੰਦ ਕਰ ਭਣੇ ਬਹੁਰਾ, ਮੈਂ ਬਣਵਾਏ ਦੇਹੋ ਹੋਏ ਭੌਰਾ। ਇਹ ਸੁਣਦਿਆਂ ਨਾਲ ਭਾਈ ਬਹੁੜਾ ਜੀ ਕਹਿੰਦੇ ਧੰਨ ਭਾਗ ਕਿ ਭਾਈ ਜੀ ਸਵੇਰ ਹੁੰਦੇ ਮੈਂ ਇਹ ਤੁਹਾਡਾ ਪੁਸ਼ਾਕਾ ਜਿਹੜੀ ਪੁਸ਼ਾ ਕੇ ਬਣਵਾ ਦਿਆਂਗਾ। ਪਰ ਕੈ ਸੁਪਤੇ ਨਿਸਾ ਬਿਤਾਈ, ਜਾਗੇ ਤਬ ਪ੍ਰਭਾਤ ਹੋਏ ਆਈ। ਇਸ ਤਰ੍ਹਾਂ ਬਚਨ ਬਿਲਾਸ ਕਰਦੇ ਆ, ਰਾਤ ਨੂੰ ਸੁੱਤੇ। ਪਹਿਰ ਰਾਤ ਰਹਿੰਦਿਆਂ ਭਾਈ ਬਿਧੀ ਚੰਦ ਫਿਰ ਉੱਠੇ ਨੇ, ਦਿਨ ਚੜ੍ਹ ਗਿਆ ਹੈ। ਸਾਥ ਬਹੁੜੇ ਉੱਠ ਕਰ ਭਾਖਾ, ਸਭ ਕੋਸ਼ਿਸ਼ ਕੇ ਮੁਝ ਅਭਿਲਾਖਾ। ਜਦੋਂ ਦਿਨ ਦਾ ਚੜਾ ਚੜਿਆ, ਭਾਈ ਬਿਧੀ ਚੰਦ ਕਹਿੰਦੇ ਨੇ ਬਹੁੜਾ ਜੀ ਕਿ ਮੈਨੂੰ ਪੁਸ਼ਾਕੇ ਚਾਹੀਦੇ ਨੇ, ਕਿਉਂਕਿ ਰਾਤ ਵੀ ਕਿਹਾ ਸੀ ਹਿੰਦੁਸਤਾਨੀ ਪੁਸ਼ਾਕਾ ਚਾਹੀਦਾ। ਸੂਖਮ ਸੂਤ ਬਸਤਰ ਬਰ ਚੀਨੋ, ਤਿਸਕੇ ਕਰੋ ਪਹਿਰਾਵਣ ਤੀਨੋ। ਮੈਨੂੰ 3 ਚੋਲੇ ਚਾਹੀਦੇ ਨੇ, ਬੜੇ ਬਰੀਕ ਕੱਪੜੇ ਦੇ ਹੋਣ, ਸੁਖਮ ਹੋਣ। ਏਕ ਬੜੋ ਜਾਨੂ ਤੇ ਤਰੇ, ਦੂਤੀਏ ਛੋਟਾ ਤਿਸ ਤੇ ਕਰੇ। ਜੇ ਕਾਲੇ ਰੰਗ ਦੇ ਹੋਣ ਜਾਂ ਕਾਲਾ ਭਾਵ ਮਾਰਦਾ ਹੋਵੇ ਤਾਂ ਬੜੀ ਚੰਗੀ ਗੱਲ ਹੈ। 3 ਚੋਲੇ, ਇੱਕ ਜਿਹੜਾ ਹੈ ਜਾਨੂ ਕਹਿੰਦੇ ਨੇ ਗੋਡੇ, ਗੋਡਿਆਂ ਤੱਕ ਹੋਏ।
ਦੁੱਤੀਓ ਛੋਟਾ, ਦੂਜਾ ਉਹਦੇ ਤੋਂ ਥੋੜ੍ਹਾ ਛੋਟਾ ਹੋਵੇ, ਅਤੇ ਜਿਹੜਾ ਤੀਜਾ ਹੈ ਉਹ ਉਹਦੇ ਤੋਂ ਵੀ ਛੋਟਾ ਹੋਏ। ਤਿਸ ਤੇ ਛੋਟਾ ਤਿਸਰ ਹੋਏ, ਪਾਇਣ ਹਿਤ ਪਜਾਮਾ ਜੋਏ। ਇੱਕ ਚੋਲਾ ਗੋਡਿਆਂ ਤੱਕ, ਇੱਕ 4 ਕੁ ਉਂਗਲਾਂ ਉਸ ਤੋਂ ਛੋਟਾ, ਇੱਕ 7-8 ਉਂਗਲਾਂ ਉਸ ਤੋਂ ਹੋਰ ਛੋਟਾ, ਕਿ ਪਾਇਆ ਹੋਇਆ ਪਤਾ ਲੱਗੇ ਕਿ ਇੱਕੋ ਹੀ ਨਹੀਂ 3 ਪਾਏ ਹੋਏ ਨੇ। ਫਿਰ ਇੱਕ ਪਜਾਮਾ ਵੀ ਚਾਹੀਦਾ ਹੈ ਕਿ ਪਜਾਮਾ ਖੁੱਲ੍ਹਿਆ ਪਹੁੰਚਿਆ ਵਾਲਾ ਹੋਵੇ, ਥੱਲੇ ਗਿੱਟਿਆਂ ਤੱਕ ਲੰਬਾ ਨਾ ਹੋਵੇ, ਥੋੜ੍ਹਾ ਜਿਹਾ ਉੱਚਾ ਹੋਏ। ਔਰ ਮੁਸਲਮਾਨ ਵੀਰ ਇਸੇ ਤਰ੍ਹਾਂ ਦਾ ਪਾਉਂਦੇ ਨੇ। ਗੁਲਫ ਲੱਗੇ ਹੋਵੇਂ ਬੜ ਝੋਰਾ, ਘੇਰਦਾਰ ਦਿਖੇ ਜਿਵੇਂ ਗੋਰਾ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿਹੜਾ ਪਜਾਮਾ ਗਿੱਟਿਆਂ ਤੱਕ ਲੰਬਾ ਹੋਏ, ਗਿੱਟਿਆਂ ਤੋਂ ਥੋੜ੍ਹਾ ਉੱਚਾ ਹੋਏ, ਚੌੜੇ ਪਹੁੰਚੇ ਹੋਣ, ਅਤੇ ਜਿਹੜੇ ਚੌੜੇ ਨੇ ਉਹਦਾ ਘੇਰਾ ਚੰਗਾ ਖੁੱਲ੍ਹਾ ਹੋਵੇ, ਦਿਖਾਈ ਦਿੰਦਾ ਹੋਵੇ ਖੁੱਲ੍ਹਾ। ਸੁੰਦਰ ਤੇ ਇਜਾਰ ਬੰਦ ਪਾਏ, ਆਜ ਤਿਆਰ ਇਹੋ ਦੇਹੋ ਕਰਵਾਏ। ਸੁੰਦਰ ਤੇ ਇਜ਼ਾਰ ਬੰਦ, ਇਜ਼ਾਰ ਬੰਦ ਕਹਿੰਦੇ ਨੇ ਨਾਲੇ ਨੂੰ, ਕਿ ਜਿਹੜਾ ਪਜਾਮਾ ਦੇ ਵਿੱਚ ਨਾਲਾ ਪਜਾਮੇ 'ਚ ਪਾਉਣਾ ਉਹ ਸੋਹਣਾ ਹੋਵੇ ਅਤੇ ਮਜ਼ਬੂਤ ਹੋਏ। ਅਤੇ ਇਹ ਜਿਹੜੇ ਕੱਪੜੇ ਨੇ, 4 ਕੱਪੜੇ ਨੇ, 3 ਚੋਲੇ, 1 ਪਜਾਮਾ, ਇਹ ਅੱਜ ਹੀ ਚਾਹੀਦੇ ਨੇ, ਅੱਜ ਹੀ ਤਿਆਰ ਕਰਵਾ ਦਿਓ। ਲਾਂਬੇ ਗਜਨ ਵਿਖੇ ਇੱਕ ਪਾਗ, ਜਿਸਕੇ ਸ਼ੂਰ ਸ਼ਰੇ ਵੱਡ ਲਾਗ। ਅਤੇ ਇਹਦੇ ਨਾਲ ਇੱਕ ਪੱਗ ਵੀ ਚਾਹੀਦੀ ਹੈ, ਅਤੇ ਪੱਗ ਵੀ ਕਾਲੇ ਰੰਗ ਦੀ ਹੋਵੇ, 5 ਕੁ ਗਜ ਦੀ ਪੱਗ ਹੋਵੇ, ਅਤੇ ਇਹ ਤਿਆਰ ਕਰਵਾ ਦਿਓ। ਪਿੱਛੇ ਹੀਨੋ ਨੋਕ ਦਰਵਾਜ਼, ਜੋਰਾ ਜਰੇ ਜੁਗਤ ਲਿਹਵਾਜ। ਅਤੇ ਭਾਈ ਬਹੋੜਾ ਜੀ ਜੇ ਹੋ ਸਕੇ ਤਾਂ ਫਿਰ ਇੱਕ ਜੋੜੇ ਦਾ ਵੀ ਇੰਤਜ਼ਾਰ ਕਰ ਦਿਓ, ਜੁੱਤੀ ਉਹਦਾ ਇੰਤਜ਼ਾਮ ਕਰ ਦਿਓ ਕਿ ਜਿਹੜਾ ਜੋੜਾ ਹੈ ਬਿਨਾਂ ਅੱਡੀ ਤੋਂ ਹੋਵੇ, ਨੋਕਦਾਰ ਹੋਏ। ਔਰ ਆਮ ਤੌਰ 'ਤੇ ਉਹਨਾਂ ਜੁੱਤੀਆਂ ਨੂੰ ਪਹਿਲੋਂ ਲੱਕੀ ਜੁੱਤੀ ਕਿਹਾ ਜਾਂਦਾ ਸੀ। ਤਿੱਲੇ 'ਤੇ ਕਢਾਈ ਕੀਤੀ ਹੋਵੇ, ਨੋਕਦਾਰ ਹੋਵੇ, ਅੱਡੀ ਨਹੀਂ ਹੋਣੀ ਚਾਹੀਦੀ, ਬਿਲਕੁਲ ਸਿੱਧੀ ਹੋਵੇ। ਆਛੇ ਬਾਤ ਬਹੋਰੋ ਕਹੇ, ਰਹੇ ਜਾਮ ਦਿਨ ਮੈਂ ਤਬ ਆਊਂ। ਸੋਚ ਇਸ਼ਨਾਨ ਕਰਨ ਅਬ ਜਾਊਂ। ਭਾਈ ਬਿਧੀ ਚੰਦ ਕਹਿੰਦੇ ਨੇ ਹੁਣ ਮੈਂ ਸੋਚ ਇਸ਼ਨਾਨ ਇੱਥੇ ਨਹੀਂ, ਸੋਚ ਇਸ਼ਨਾਨ ਕਰਨ ਵਾਸਤੇ ਬਾਹਰ ਨਦੀ 'ਤੇ ਜਾਵਾਂਗਾ, ਅਤੇ ਮੈਂ ਸ਼ਾਮ ਜੀ ਨੂੰ ਆਵਾਂਗਾ, ਸਾਰਾ ਦਿਨ ਨਹੀਂ ਆਉਂਦਾ ਵਾਪਸ, ਸ਼ਾਮ ਤੱਕ ਆਵਾਂਗਾ, ਅਤੇ ਸ਼ਾਮ ਤੱਕ ਇਹ ਸਾਰਾ ਕੁਛ ਤਿਆਰ ਹੋ ਜੇ ਤਾਂ ਚੰਗਾ ਹੈ। ਆਛੇ ਬਾਤ ਬਹੋਰੋ ਕਹਿਵੀ, ਬਣੇ ਤਿਆਰ ਕਿਮ ਬਿਲ ਮੈਂ ਨਹੀਂ। ਭਾਈ ਬਹੋਰਾ ਜੀ ਕਹਿੰਦੇ ਚੰਗੀ ਗੱਲ ਹੈ, ਸ਼ਾਮ ਤੱਕ ਆਓਗੇ, ਸ਼ਾਮ ਤੱਕ ਇਹ ਤੁਹਾਨੂੰ ਸਭ ਕੁਛ ਤਿਆਰ ਮਿਲੇਗਾ, ਦੇਰ ਨਹੀਂ ਲੱਗਦੀ। ਵਿਧੀਏ ਬੜੇ ਚਾਦਰੇ ਸੰਗ, ਕਰੇ ਅਸ਼ਾਦਨ ਸਗਰੇ ਅੰਗ। ਭਾਈ ਬਿਧੀ ਚੰਦ ਨੇ ਵੱਡਾ ਜਿਹਾ ਚਾਦਰਾ ਲਿਆ ਹੈ, ਬੁੱਕਲ ਮਾਰ ਲਿਓ ਤਾਂ ਸਾਰਾ ਆਪਣੇ ਮੂੰਹ ਵਗੈਰਾ ਜਿਹੜਾ ਉਹ ਲੁਕੋ ਲਿਆ ਹੈ। ਨਿਗਸਿਓ ਸਦਨ ਗਇਓ ਪੁਰਸ਼ੋਰ, ਰਾਵੀ ਤੀਰ ਦੂਰ ਕਿਤੇ ਔਰ। ਨਗਰ ਨੂੰ ਛੱਡਿਆ ਬਾਹਰ ਦਰਿਆਵੀ ਦੇ, ਜਿਹੜੇ ਰਾਵੀ ਦਰਿਆ ਹੈ ਉਹਦੇ ਕੰਢੇ 'ਤੇ ਦੂਰ ਅੱਗੇ ਨਿਕਲ ਗਏ ਨੇ। ਸੋਚ ਇਸ਼ਨਾਨ ਠਾਣ ਕਰ ਬਾਰੇ, ਗੁਰੂ ਗਿਰਾ ਜਪ ਆਦ ਉਚਾਰੇ। ਬਾਹਰ ਜਾ ਕੇ ਸੋਚ ਇਸ਼ਨਾਨ ਕੀਤਾ ਹੈ, ਫਿਰ ਸਤਿਗੁਰੂ ਦਾ ਸਿਮਰਨ ਕੀਤਾ, ਗੁਰੂ ਗਿਰਾ ਜਪ ਆਦ ਉਚਾਰੀ। ਜਪਜੀ ਸਾਹਿਬ ਦੇ ਪਾਠ ਜਿਹੜੇ ਨੇ ਉਹ ਬੈਠ ਕੇ ਕੀਤੇ। 3 ਪਹਿਰ ਪੁਨ ਵਹਿਰ ਬਿਤਾਏ, ਸਦਨ ਬਹੋਰੇ ਪ੍ਰਵਿਸਿਓ ਆਏ। 3 ਪਹਿਰ ਭਾਈ ਬਿਧੀ ਚੰਦ ਜੀ ਫਿਰ ਬਾਹਰ ਹੀ ਰਹੇ, ਨਦੀ ਦੇ ਕਿਨਾਰੇ 'ਤੇ ਬੈਠ ਕੇ ਜਾਪ ਕਰਦੇ ਰਹੇ, ਕਿਤੇ ਉੱਠ ਕੇ ਚੱਲਦੇ ਫਿਰਦੇ ਰਹੇ। ਪਰ ਜਦੋਂ ਸ਼ਾਮ ਜੀ ਹੋਣ ਲੱਗੀ, ਫਿਰ ਭਾਈ ਬਹੋੜੇ ਦੇ ਘਰ ਆ ਗਏ। ਮੰਚ ਬਸਾਏ ਸਹਿਤ ਸਨਮਾਨਾ, ਤਿਆਰ ਆਹਾਰ ਕਰਿਓ ਰਸ ਨਾਨਾ। ਮੰਜੇ 'ਤੇ ਬਿਠਾਇਆ, ਬੜਾ ਸਤਿਕਾਰ ਕੀਤਾ। ਉਸੇ ਤਰ੍ਹਾਂ ਅੱਜ ਫਿਰ ਸੋਧਰ ਦਾ ਪਾਠ ਹੋਇਆ, ਇਹਨਾਂ ਨੂੰ ਪ੍ਰਸ਼ਾਦਾ ਤਿਆਰ ਹੋਇਆ, ਬੜੇ ਪਿਆਰ ਨਾਲ ਛਕਿਆ ਛਕਾਇਆ। ਹੁਤੇ ਬਹੋਰੇ ਕੀ ਤਬ ਤ੍ਰਿਆ, ਭੋਜਨ ਸਭ ਅਚਵਾਵਨ ਕੀਆ।
ਭਾਈ ਬਹੋੜੇ ਦੀ ਘਰਵਾਲੀ ਨੇ ਉਦੋਂ ਫਿਰ ਜਿਹੜਾ ਪ੍ਰਸ਼ਾਦਾ ਭੋਜਨ ਤਿਆਰ ਕੀਤਾ ਸੀ ਛਕਾਇਆ। ਸੰਧਿਆ ਲੱਗੋ ਤਿਆਰ ਕਰਵਾਏ, ਸਭ ਕੋਸ਼ਿਸ਼ ਕੋ ਸੁਭ ਬਣਵਾਏ। ਤੇ ਸ਼ਾਮ ਤੱਕ ਭਾਈ ਬਹੋੜੇ ਨੇ ਉਹ ਪੋਸ਼ਾਕੇ ਵੀ ਤਿਆਰ ਕਰ ਦਿੱਤੇ, ਬੜੇ ਸੋਹਣੇ ਢੰਗ ਦੇ ਬਣਾਏ। ਆਨ ਬਹੋਰੇ ਧਰੀ ਅਗਾਰੇ, ਪਿਕ ਸੋ ਪ੍ਰਸੰਨ ਹੈ ਉਹ ਖੁਸ਼ੀ ਉਚਾਰੀ। ਭਾਈ ਬਹੋਰੇ ਨੇ ਉਹ ਪੋਸ਼ਾਕੇ ਅੱਗੇ ਲਿਆ ਕੇ ਰੱਖੇ ਤੇ ਬੜੇ ਖੁਸ਼ ਹੋਏ ਨੇ। ਭਾਈ ਬਿਧੀ ਚੰਦ ਨੇ ਬੜੀ ਖੁਸ਼ੀ ਕੀਤੀ। ਸਿੱਖਣ ਕੇ ਸੇਵਾ ਸਿੱਖ ਕਰੈ, ਨਿਜ ਤੇ ਵੱਧ ਗੁਰ ਲੇਖੇ ਧਰੈ। ਤੇ ਭਾਈ ਬਿਧੀ ਚੰਦ ਜੀ ਪ੍ਰਸੰਨ ਹੋ ਕੇ ਕਹਿੰਦੇ ਨੇ ਕਿ ਭਾਈ ਬਹੋੜਾ ਜੀ, ਜਿਹੜਾ ਗੁਰੂ ਦੇ ਸਿੱਖਾਂ ਦੀ ਸਿੱਖ ਸੇਵਾ ਕਰਦਾ ਹੈ ਨਾ, ਤੇ ਗੁਰੂ ਆਪਣੀ ਸੇਵਾ ਨਾਲੋਂ ਵੀ ਵੱਧ ਪ੍ਰਸੰਨ ਹੁੰਦੇ ਨੇ ਜਦੋਂ ਉਹਦੇ ਸਿੱਖਾਂ ਦੀ ਕੋਈ ਸੇਵਾ ਕਰੇ। ਮੇਰੋ ਜਾਨ ਮਾਨ ਇਨਕੀਨ, ਪਿੱਖੇ ਭਾਉ ਹੋਏ ਗੁਰੂ ਪ੍ਰਸੀਨ। ਤੇ ਭਾਈ ਬਹੋੜਾ ਜੀ, ਗੁਰੂ ਜੀ ਪਤਾ ਕਿਉਂ ਖੁਸ਼ ਹੁੰਦੇ ਨੇ? ਜਦੋਂ ਕੋਈ ਸਿੱਖ ਦੀ ਸੇਵਾ ਕਰਦਾ ਗੁਰੂ ਕਿਉਂ ਖੁਸ਼ ਹੁੰਦੇ ਨੇ? ਤੇ ਭਾਈ ਬਹੋੜਾ ਜੀ ਕਹਿੰਦੇ ਦੱਸ ਦਿਓ, ਸਮਝਾ ਦਿਓ। ਗੁਰੂ ਜੀ ਤਾਂ ਖੁਸ਼ ਹੁੰਦੇ ਨੇ ਕਿਉਂਕਿ ਇਹਨੇ ਮੇਰਾ ਜਾਣ ਕੇ ਮੇਰੇ ਸਿੱਖ ਦੀ ਸੇਵਾ ਕੀਤੀ ਹੈ। ਗੁਰੂ ਜੀ ਸੇਵਾ ਕਰਨ ਵਾਲੇ ਤੇ ਵੀ ਖੁਸ਼ ਹੁੰਦੇ ਨੇ, ਤੇ ਜਿੰਦੀ ਸੇਵਾ ਲੋੜਵੰਦ ਅਸਲ ਵਿੱਚ ਜੇ ਉਹ ਗੁਰੂ ਕਾ ਸਿੱਖ ਹੈ ਤੇ ਸਤਿਗੁਰੂ ਖੁਸ਼ ਉਹਦੇ ਤੇ ਵੀ ਹੁੰਦੇ ਨੇ। ਸੁੰਦਰ ਇੱਕ ਗੁੱਛਾ ਸਗਰੀਨ, ਦੇਹੁ ਕਰਵਾਏ ਲੁਹਾਰ ਪ੍ਰਬੇਨ। ਭਾਈ ਬਿਧੀ ਚੰਦ ਨੇ ਕੱਪੜੇ ਦੇਖੇ, ਜੋੜਾ ਵੀ ਆ ਗਿਆ। ਤੇ ਭਾਈ ਬਿਧੀ ਚੰਦ ਕਹਿੰਦੇ ਨੇ ਭਾਈ ਲਹੌਰਾ ਜੀ, ਇੱਕ ਕੰਮ ਹੋਰ ਹੈ ਕਿ ਇੱਕ ਸੋਹਣਾ ਸੰਗਲੀਆਂ ਦਾ ਗੁੱਛਾ ਚਾਹੀਦਾ ਹੈ। ਬਰੀਕ ਜਿਹੀਆਂ ਸੰਗਲੀਆਂ ਹੋਣ ਤੇ ਐਨ ਗੁੱਛੇ ਵਿੱਚ ਹੋਣ, ਗੁੱਛਾ ਜਿਹਾ ਚਾਹੀਦਾ ਹੈ। ਕਿਸੇ ਸੋਹਣੇ ਜਿਹੇ ਲੋਹਾਰ ਨੂੰ ਕਹਿ ਕੇ ਬਣਵਾ ਦਿਓ। ਪ੍ਰਾਤ ਭਏ ਮੁਝ ਪਾਸ ਪਠਾਵੋ, ਅਪਰ ਭੇਵ ਨ ਹੈ ਕਿਸ ਸੁਣਾਵੋ। ਤੇ ਇਹ ਤੇ ਜੇ ਕੋਈ ਲੋਹਾਰ ਮਿਲਦਾ ਤਾਂ ਹੁਣੇ ਜਾਓ, ਉਹਨੂੰ ਕਹਿ ਕੇ 2 ਘੰਟੇ ਲਾ ਕੇ ਇਹ ਤਿਆਰ ਕਰ ਦੇ, ਕਿਉਂਕਿ ਸਵੇਰ ਹੁੰਦਿਆਂ ਨੂੰ ਇਹ ਗੁੱਛੀਆਂ ਸੰਗਲੇ ਦੀ ਜਿਹੜੀ ਸੰਗਲੀਆਂ ਦੀ ਗੁੱਛੀ ਹੈ ਇਹ ਚਾਹੀਦੀ ਹੈ। ਤੇ ਨਾਲੇ ਕਹਿ ਦਿੱਤਾ ਵੀ ਇਹ ਭੇਤ ਕਿਸੇ ਹੋਰ ਨੂੰ ਨਹੀਂ ਦੱਸਣਾ, ਵੀ ਸੰਗਲਿਆਂ ਦੀ ਗੁੱਛੀ ਕਾਹਦੇ ਲਈ ਚਾਹੀਦੀ ਹੈ, ਇਹ ਪੋਸ਼ਾਕੇ ਤਿਆਰ ਕੀਤੇ ਨੇ ਇਹ ਕਾਹਦੇ ਲਈ ਚਾਹੀਦੇ ਨੇ, ਕਿਸੇ ਨੂੰ ਦੱਸਣਾ ਨਹੀਂ। ਆਨੇ ਆਪਣਾ ਭੇਸ ਬਣਾਇਓ, 4 ਚਿਕਰ ਚੋਪਰ ਚਮਕਾਇਓ। ਕਹਿੰਦੇ ਅਗਲਾ ਦਿਨ ਚੜ੍ਹਿਆ, ਰਾਤ ਬਤੀਤ ਕੀਤੀ, ਸਵੇਰੇ ਛੇਤੀ ਸੋਚੀ ਇਸ਼ਨਾਨ ਕੀਤਾ, ਆਪਣਾ ਫਿਰ ਜਿਹੜਾ ਭੇਸ ਸੀ ਉਹ ਭਾਈ ਬਿਧੀ ਚੰਦ ਨੂੰ ਉੱਥੇ ਬਦਲਿਆ। ਆਨੇ ਆਪਣਾ ਭੇਸ ਬਣਾਇਓ, 4 ਚਿਕਰ ਸੌਂਪਣ ਚਮਕਾਇਓ। ਕਹਿੰਦੇ ਸੋਹਣੇ ਕੇਸ ਜਿਹੜੇ ਨੇ ਉਹ ਤੇਲ ਦੇ ਨਾਲ ਚੰਗੀ ਤਰ੍ਹਾਂ ਚੋਪੜ ਲਏ। ਸਾਫ ਸ਼ਮਸ਼ ਕੇ ਕਰ ਵਿੱਚ ਚੀਰੇ, ਦਿਸ ਦੋਨੋਂ ਕਰਣੰਤ ਉਚੇਰੇ। ਤੇ ਜਿਹੜਾ ਦਾੜਾ ਸੀ ਚੰਗੀ ਤਰ੍ਹਾਂ ਤੇਲ ਨਾਲ ਚੋਪੜ ਕੇ ਉਹਨੂੰ ਵਾਹ ਕੇ ਇਸ ਢੰਗ ਦੇ ਨਾਲ ਵਾਹ ਕੇ ਸਾਫ਼ ਕੀਤਾ ਕਿ ਦਾੜੇ ਦੇ ਵਿੱਚੋਂ ਚੀਰ ਕੱਢ ਲਿਆ, ਅੱਧਾ ਦਾੜਾ ਦੂਜੇ ਪਾਸੇ ਅੱਧਾ ਦੂਜੇ ਪਾਸੇ, ਵਿੱਚੋਂ ਠੋਡੀ ਜਿਹੜੀ ਦਿਸਣ ਲੱਗ ਗਈ। ਅਲਪ ਸਬਣ ਕੇ ਉੱਪਰ ਪਾਏ, ਉੱਤਰ ਉੱਤਰ ਤਬ 3 ਬਣਾਏ। ਕਹਿੰਦੇ ਫਿਰ ਜਿਹੜੇ 3 ਚੋਲੇ ਬਣਾਏ ਸਨ, ਜਿਹੜਾ ਸਭ ਤੋਂ ਲੰਬਾ ਉਹ ਪਹਿਲੋਂ ਪਾਇਆ, ਉਸ ਤੋਂ ਛੋਟਾ ਉਸ ਤੋਂ ਉੱਤੇ ਪਾਇਆ, ਉਸ ਤੋਂ ਛੋਟਾ ਫਿਰ ਉਹਦੇ ਤੋਂ ਉੱਤੇ ਪਾਇਆ, ਕਿ ਤਿੰਨੋਂ ਅੱਡੋ ਅੱਡ ਪਾਏ ਹੋਏ ਦਿਸਦੇ ਨੇ, 3 ਨੇ। ਅਲਪ ਚੌਰੇ ਤਰਾ ਬੰਦ ਦਸਤਾਰ, ਸਿਪਰ ਸਮਾਨ ਸੋ ਕੀਨ ਆਕਾਰ। ਪਜਾਮਾ ਪਾ ਕੇ ਉੱਤੇ ਚੋਲੇ ਪਾ ਕੇ ਫਿਰ ਦਸਤਾਰ ਬੰਨੀ, ਤੇ ਦਸਤਾਰ ਕਿਹੜੀ ਚੌੜੀ ਜਿਹੀ ਕਰਕੇ ਬੰਨ ਲਈ, ਅੱਗੋਂ ਵੀ ਪੂਰੀ ਚੌੜੀ ਰੱਖੀ। ਤੇ ਇਸ ਢੰਗ ਦੇ ਨਾਲ ਬੰਨੀ ਕਿ ਜਿਵੇਂ ਦਸਤਾਰ ਨਹੀਂ, ਸਿਰ ਦੇ ਉੱਤੇ ਜਿਵੇਂ ਉਹ ਰੱਖੀ ਹੋਵੇ, ਜਿਹਨੂੰ ਢਾਲ ਕਿਹਾ ਜਾਂਦਾ, ਸਿੱਪਰ। ਬਸ ਇਵੇਂ ਦੀ ਚੌੜੀ ਜਿਹੀ ਕਰਕੇ ਬੰਨ ਲਈ, ਸਿੱਪਰ ਵਰਗੀ ਢਾਲ ਵਰਗੀ। ਪਾਇਣ ਪਰਮ ਪਜਾਮਾ ਪਾਇਓ, ਬੰਦ ਇਜ਼ਾਰ ਬੰਦ ਦਿਖਰਾਇਓ। ਪਜਾਮਾ ਪਾ ਕੇ ਨਾਲਾ ਚੰਗੀ ਤਰ੍ਹਾਂ ਕੁੱਟ ਕੇ ਬੰਨ ਲਿਆ ਹੈ, ਇਹ ਪਹਿਰਾਵਾ ਕੀਤਾ ਪਾ ਲਿਆ। ਜੋਰਾ ਨੋਕਦਾਰ ਪਗ ਪਹਿਰਾ,
हिंदुस्तानी बन के गहरा नोकदार जोड़ा पैरों च पा लिया। ते एन पूरा उस वेले का जिहड़ा हिंदुस्तानी पहरावा सी, क्योंकि हिंदुस्तान दे विच राज मुगलों तुरकों का सी, ते पहरावा उदों हिंदुस्तानी उही मन्निया जांदा सी। ये सारा पहरावा पाया। बैठे हो तो संगरे आए, लेकर बिखै अगर लटकाई। भाई बिधि चंद तैयार होके जो बैठे ही है कि जिहड़ा लोहार सी उनके घरों जाके भाई लोहारा वो संगलियां का गुच्छा भी ले आया। भाई बिधि चंद ने संगलियां का गुच्छा हथ में फड़िया है। सने सने पग तरे अगारी, गरे बजारन केर मझारी। हाथ से संगलियां का गुच्छा लैके रमलीए का भेष बना के भाई बिधि चंद हुण निकल गया बाजार दे विच। लाहौर दीयां गलियां विच हौली हौली पैर धरदा होया तुरदा, हर एक बाजार विच जा रहा है। दृष्ट अचंचल धीरज धारी, शुमम शरे खरे दुतवारे। जिहड़ी दृष्टि है वो बिल्कुल इस तरह से जिवें चंचलता तो रहत होवे, ऐन शांत, नज़रां जिवें टिकियां हुई, धीरजवान ते सूखम छड़ी बड़ी सोहनी जिहड़ी वो एक हाथ दे विच फड़ ली। एक पासे संगलियां ने, एक पासे छड़ी फड़ ली। नरन अजायब बेस निहारा, हिरण है ते आए चल लारा। हुण जदों अजीबो गरीब का कोई नवा ही पेश होवे कि जिहड़े बहुत घट लोग पाउंदे होण, ते इवें दा अजीब पहरावा वेख के लोग इकट्ठे हो ही जाते हैं। बच्चे दौड़ दौड़ के आउण, औरतां बीबियां पुरुष सारे वेखण के बनया कि फिरदा है कौन। कौन देश ते यह चले आयो, आगे पुर मह नह दरसायो। कि कौन है किहड़े देश चों आया होएगा। भावें पहरावा नूं हिंदुस्तानी कहा जाता सी, पर लोग किहड़ा उदों किहड़ा सारे पाउंदे सन। ये पहरावा ने किहो जिहा पाया है कि पहला तो नगर विच कदे नहीं देखा, कि तो बाहरों आया लगता, नवा ही लगता है। किचत बूझत है होए पास, कौन नाम यार कहाँ निवास। कई नेड़े होके पुछ भी लेंदे ने कि भाई तुहाडा नाम की है, किहड़े देश दे रहण वाले हो, कित्थे नेड़े हो कि किते दूर दे रहण वाले हो। साहिब लोक दूर हम देश, गुणी महागुण धरे विशेष। ते भाई बिधि चंद जी भोले जे बन के कहते हैं कि असीं तो साहिब दे लोक हाँ, साहिब लोक दूर हम देश। किसी को समझ भी नहीं लगे तो अपने मालक का शुक्र भी कर दिता। असीं तो साहिब दे लोक हाँ, साडा देश बड़ी दूर है, पर साडे विच गुण बड़े ने, असीं बड़े गुणी हुंदे आ। विशेष तौर पर गुण धारण किए ने। धीरज सहत कहत इम जाए, जहाँ दुर्ग को पौर सुहाए। बड़े धीरज के नाल सब नूं जवाब दिंदा जिहड़ा कोई पुछदा है। हौली हौली चलदे भाई बिधि चंद जी उस किले के नेड़े पहुँच गए ने। हिरण हेत अणक नर संग, चलियो जात कर गरीब उतंग। ते भाई बिधि चंद नूं रमला कह लीए, रमला वेश बनाया होया है। इस रमलीए नूं वेखण वास्ते अनेक ही लोग ने जिहड़े पिछे पिछे जाते हैं। तौण उत्ते चुक के ये सीधा जा रहा किले के कोल पहुँचे, लोगों की भीड़ उत्थे भी लगी। इत्थे कवि संतोख सिंह जी ने यह अध्याय खत्म किया है। अध्याय नंबर 35 इतों शुरू करते लिखते हैं कि जिवें बिधि चंद फिर दरबार में पहुँचता है। दोहरा दुर्ग पौर के निकट एक, कंध उचेरी थौर। तिस पर चढ़ बैठे हो सुमत, दाव करन को और। किले के नेड़े एक थोड़ी जी उच्ची कंध है। आम तौर पर बार बार थड़े जे बन जाते हैं कि भाई बिधि चंद उस कंध के उत्ते चढ़ के बैठ गया कि इत्थे बैठ के कोई ना कोई होर दा देखिए कि जिंदे नाल किले दे विच जाया जा सके।
भले भले केतक नर आए, तिन बूझो सब कहत सुनाए। और कई भले भले सियाणे लोग आए कि कोई बाबा लगदा, फकीर लगदा है। कई को जाके पुछते ने, भाई बिधि चंद सब नूं दसी जांदा है। खोजे गणक गुणी बड़ मैं हूँ, कई वस्त को सोध बताए हूँ। ते जदों आके लोग पुछते ने, बाबा तू है कौन, कित्थों दा रहण वाला है। और बाबा बिधि चंद जी कहण, मैं साहिब दा लोक हाँ, दूर देश तो आया, जंगल देश तो आया। पर साडे विच गुण बड़े ने। जदों पुछदे ने तू कौन है, कहंदे असीं खोजी हुन्ने आ। तुहाडा नाम की, कहंदे लोक गणक कह दिंदे ने, खोज करन वाले हैं। गुणी बड़ है, गुणी बड़ मैं हूँ, मैं बड़ा गुणी हाँ। कहंदे कई वस्तु को सोध बताए हैं। असीं किसी दी चीज़ गवाच जाए तो गवाची हुई चीज़ के बारे भी दस दिंदे कि कित्थे है, कौन लै गया है, किहड़ी थां ते है। केचित भाखत गयो हमारो, तेहो बताए जे गणक उचारो। कई कहते ने, जे अपने आप नूं तुसीं गणक कहंदे हो तो मेरी फलानी चीज़ गवाच गई है, दसो कित्थे है, मेरी चीज़ लभ सकती है। सुन कर संगरे हाथ लगावै, सुंगत तिसको बहुर बतावै। सुन के भाई बिधि चंद जी संगली जिहड़ी ने वो थोड़ी जी छनका के ना अपने नक दे नेड़े करते ने, संगली नूं सुंघदे ने ते फिर दस दिंदे ने, भाई तेरी चीज़ फलानी थां तो गुम हुई है। क्योंकि थोड़ा बहुता भाई बिधि चंद उन्होंने तो पुछ लेंदे कित्थों गवाची है। उन्होंने तो पुछ के थोड़ा जिहा अंदाज़ा ला के जदों भाई बिधि चंद दसदे ने, और कई तो वाह वाह कर उठते ने। बड़े उपाय करे धन पायो, बिकम स्थान गयो कित धायो। कई कहते ने साडा धन चोरी हो गया, बड़ी मेहनत करके कई उपाय करके इकट्ठा किया सी, पर बड़े सौखे ही रात नूं कोई चोरी करके लै गया, मिल सकदा कित्थे है। किह को कुछ कहे, सुन सुन लोक अचंबो लहै। भाई बिधि चंद ते गुरु साहब की कृपा भी है। भाई बिधि चंद कुछ जानते भी ने तो कुछ बहुता उन्होंने तो पुछ ही लेंदे ने कि की गवाचा, किवें गवाचा, अंदाज़ा ला के फिर कुछ गल्लां जदों कहंदे ने, किसी नूं कुछ कहंदे ने, किसी नूं कुछ कहंदे ने। लोग बड़े हैरान हुंदे ने कि इन्हां नूं सचमुच ही पता, किवें लग गया पता। और इवें दे लोके फिर वहमां वाले जिहड़े लोग ने उन्हां दी भीड़ इकट्ठी होई जांदी है। हिरण वेश हेत बहु मिले, खरे केतक बातन रस ढले। कई तो केवल भाई बिधि चंद का पहरावा वेखण वास्ते उत्थे आगे इकट्ठे हो गए। कई आपस में मिल के फिर गल्लां करदे ने। बैठ दिखावते आपा उच्चे, लगे बिलोकण तह जो पहुँचे। उत्थे बैठ के भाई बिधि चंद अपने आप नूं विखाउंदे ने। लोग पुछते ने, भाई बिधि चंद दसी जाते हैं, जिन्हों लोग कह देंगे ने ये तो पुछन दिंदा जी। भाई बिधि चंद कहता अजो पुछ लो जो पुछना है। चार मुकरिक धरियो अगारे, बार बार मुख चार निहारे। कहते एक बड़ा सोहना शीशा भाई बिधि चंद नूं भी अपने सामने रखे तो बार बार अपने मुख नूं वेखदे ने। क्योंकि पहरावा बनाया ना कि दाड़ी का चीर उस तरह रवे, जेड़े मुच्छां ने उन्होंने ऐन उत्ते वट चाड़ चाड़ के उत्ता किया हुआ है, वो उवें रहन। शमस सुधारे ऊंच चढ़ाए, पकड़े संगरे हाथ कधाए। वार वार मुच्छां नूं उत्ते नूं चुकदा है। दाड़ा जेड़ा वार वार कन्न तक लैके जांदा कि ये चीर विचों बनिया रवे। भाई बिधि चंद बार बार संगली नूं छणकाउंदा ते फिर नक तक लैके जांदा है। दास दरोगे को एक आयो, भीर हेर लखबे बिरमायो। कहंदे इन्ने नूं दरोगे दा एक दास एक नौकर आया। दरोगे दा नां की है जी? सौंदे खां।
ਸੌਂਦੇ ਖਾਂ ਦਾ ਨੌਕਰ ਆਇਆ ਜਿਹੜਾ ਭਾਈ ਬਿਧੀ ਚੰਦ ਦੇ ਨਾਲ ਕਿਲੇ ਦੇ ਵਿੱਚ ਵੀ ਰਿਹਾ। ਇਹਨੇ ਆ ਕੇ ਦੇਖਿਆ ਕਿ ਇੰਨੀ ਭੀੜ ਕਿਉਂ ਲੱਗੀ ਹੈ, ਲੋਕ ਕਿਉਂ ਇਕੱਠੇ ਹੋਏ ਨੇ। ਗਇਓ ਨਿਕਟ ਬੁਝਿਓ ਇਹ ਕੌਣ, ਬੇਸ ਅਜਾਇਬ ਕਿਸ ਪੁਰ ਕਉ ਭਉਣ। ਇਸ ਨੌਕਰ ਨੇ ਨੇੜੇ ਜਾ ਕੇ ਪੁੱਛਿਆ, ਕਹਿੰਦੇ ਕੌਣ ਹੈ? ਆ ਬੜਾ ਜਿਹੜਾ ਪਹਿਰਾਵਾ ਬੜਾ ਅਜੀਬ ਜਿਹਾ ਬਣਾਇਆ, ਇਵੇਂ ਦਾ ਪਹਿਰਾਵਾ ਪਾਉਣ ਵਾਲਾ ਕਿਹੜੇ ਦੇਸ਼ ਤੋਂ ਆਇਆ ਨੂੰ ਪੁੱਛਿਆ। ਸੁਣ ਕੇ ਬੋਲਤ ਭਾ ਤਿਸ ਬੇਰਾ, ਖੋਜੀ ਗਣਕ ਨਾਮ ਹੈ ਮੇਰਾ। ਇਹ ਸੁਣ ਕੇ ਲੋਕ ਕੋਈ ਕੁਝ ਕਹਿੰਦੇ, ਭਾਈ ਬਿਧੀ ਚੰਦ ਪਹਿਲੇ ਬੋਲ ਪਿਆ, ਕਹਿੰਦਾ ਵੀ ਸਾਡੇ ਬਾਰੇ ਪੁੱਛਣਾ ਹੈ, ਅਸੀਂ ਖੋਜੀ ਹੁੰਦੇ ਹਾਂ, ਗਣਕ ਨਾਮ ਹੈ ਮੇਰਾ। ਦੂਰ ਦੇਸ ਜੰਗਲ ਹਮ ਰਹੈ, ਗੁਣ ਆਪਣੋ ਦਿਖਰਾਓ ਚਾਹੈ। ਬਸ ਦੂਰ ਦੇਸ਼ ਹੈ, ਸਮਝ ਲਓ ਅਸੀਂ ਜੰਗਲਾਂ 'ਚ ਹੀ ਰਹਿਣ ਵਾਲੇ ਆ, ਪਰ ਮੈਂ ਆਪਣਾ ਗੁਣ ਵਿਖਾਉਣਾ ਚਾਹੁੰਦਾ, ਅਸੀਂ ਗੁਣੀ ਬੜੇ ਹੁੰਦੇ ਹਾਂ। ਸੁਣ ਕਰ ਦਾਸ ਅਚੰਭੋ ਗਇਓ, ਬੋਲਣ ਬੇਸ ਬੇਸ ਬੱਪ ਨਇਓ। ਇਹ ਸੁਣ ਕੇ ਜਿਹੜਾ ਦਾਸ ਨੌਕਰ ਸੀ ਹੈਰਾਨ ਵੀ ਹੋਇਆ ਕਿ ਬੋਲਣ ਦਾ ਢੰਗ ਬੜਾ ਸੋਹਣਾ ਹੈ, ਪਹਿਰਾਵਾ ਜਿਹੜਾ ਅਜੀਬੋ ਗਰੀਬੀ ਹੈ, ਬੰਦਾ ਵੀ ਨਵਾਂ ਹੈ, ਭੇਖ ਵੀ ਨਵਾਂ ਹੈ। ਇਹ ਠਾ ਹਜ਼ਰਤ ਕੋ ਇੱਕ ਘੋਰਾ, ਲੈ ਤਸਕਰ ਗਮਣਿਓ ਕਿਤੇ ਔਰਾ। ਇਹ ਨੌਕਰ ਕਹਿੰਦਾ ਹੈ ਕਿ ਇਸ ਥਾਂ 'ਤੇ ਬਾਦਸ਼ਾਹ ਦਾ ਇੱਕ ਘੋੜਾ ਹੈ, ਪਰ ਉਹ ਕਈ ਦਿਨ ਹੋ ਗਏ ਨੇ ਕੋਈ ਤਸਕਰ ਕੋਈ ਚੋਰ ਲੈ ਕੇ ਕਿਸੇ ਪਾਸੇ ਚਲਾ ਗਿਆ ਹੈ, ਕਿ ਜੇ ਤੂੰ ਦੱਸ ਸਕਣਾ ਉਹਦੇ ਬਾਰੇ ਦੱਸੇਗਾ। ਅੱਗੇ ਭਾਈ ਬਿਧੀ ਚੰਦ ਨੇ ਫਿਰ ਜੋ ਕੁਝ ਦੱਸਣਾ ਹੈ, ਇਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਨੂੰ ਕਰੀਏ ਪਵਿੱਤਰ ਜੀ, ਫਿਰ ਸਮਾਪਤੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ